ਝੋਨੇ ਦੀ ਬਿਜਾਈ ਦੀ ਤਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਆ ਉਸੇ ਤਰ੍ਹਾਂ ਹੀ ਜਿਹੜਾ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਹੈ ਕਿ ਕਿਸਾਨਾਂ ਨੂੰ ਹਦਾਇਤਾਂ ਜਾਰੀ ਕੀਤੀ ਜਾ ਰਹੀਆਂ ਨੇ ਔਰ ਕੁਝ ਜਗ੍ਹਾ 'ਤੇ ਜਿਹੜਾ ਹੈ ਕਿ ਇਹਨਾਂ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ। ਜਿਹੜੇ ਕਿ ਕੀਟਨਾਸ਼ਕ ਦਵਾਈਆਂ ਨੇ ਉਹਨਾਂ ਕਈ ਦੁਕਾਨਾਂ ਦੇ ਜਿਹੜੇ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਹੈ ਕਿ ਉਹਨਾਂ ਦੁਕਾਨਾਂ ਦੇ ਲਾਇਸੈਂਸ ਵੀ ਜਿਹੜੇ ਹੈ ਕਿ ਰੱਦ ਕੀਤੇ ਗਏ ਨੇ। ਸੋ ਇਸ ਬਾਬਤ ਜਿਹੜਾ ਹੈ ਕਿ ਸਾਡੇ ਨਾਲ ਗੱਲਬਾਤ ਕਰਨ ਲਈ ਇਸ ਟਾਈਮ ਮੌਜੂਦ ਨੇ ਖੇਤੀਬਾੜੀ ਅਫਸਰ ਬੀਜ ਡਾਕਟਰ ਨਰੇਸ਼ ਗੁਲਾਟੀ ਜੀ। ਅਸੀਂ ਇਹਨਾਂ ਕੋਲ ਜਾਣਾਂਗੇ ਕਿ ਝੋਨੇ ਦੀ ਬਿਜਾਈ ਜਿਹੜੀ ਹੈ ਕਿ ਕਦੋਂ ਤੋਂ ਸ਼ੁਰੂ ਹੋ ਰਹੀ ਹੈ ਤੇ ਇਸ ਬਾਬਤ ਕੀ ਹਦਾਇਤਾਂ ਨੇ ਔਰ ਜਿਹੜੀ ਹੈ ਕੀਟਨਾਸ਼ਕ ਦਵਾਈਆਂ ਦੇ ਬਾਬਤ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਕਿਸ ਕਾਰਨ ਕੀਤੀ ਗਈ ਹੈ। ਇਸ ਬਾਬਤ ਅਸੀਂ ਸਾਰਾ ਕੁਝ ਜਿਹੜਾ ਕਿ ਡਾਕਟਰ ਨਰੇਸ਼ ਗੁਲਾਟੀ ਤੋਂ ਜਾਣਾਂਗੇ। ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਕਿ ਜਿਹੜੀ ਹੈ ਕਿ ਝੋਨੇ ਦੀ ਬਿਜਾਈ ਕਦੋਂ ਤੋਂ ਸ਼ੁਰੂ ਹੋ ਰਹੀ ਹੈ ਔਰ ਇਸ ਵਾਰ ਜਿਹੜਾ ਕਿ ਕਰੋਨਾ ਵਾਇਰਸ ਦੀ ਜਿਹੜੀ ਦੂਜਾ ਸਟ੍ਰੇਨ ਆ ਉਸ ਦਾ ਵੀ ਪ੍ਰਕੋਪ ਜਿਹੜਾ ਕਿ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਇਸ ਵਾਰ ਕੀ ਹਦਾਇਤਾਂ ਜਾਰੀ ਕੀਤੀ ਜਾ ਰਹੀਆਂ ਨੇ? ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਖੁਦ ਫਰਮਾਇਆ ਕਿ ਕਰੋਨਾ ਮਹਾਮਾਰੀ ਔਰ ਪੂਰੇ ਵਿਸ਼ਵ ਦੇ ਵਿੱਚ ਇਹਨੇ ਆਪਣਾ ਤਾਂਡਵ ਮਚਾਇਆ ਹੋਇਆ ਹੈ ਔਰ ਖੇਤੀਬਾੜੀ ਵੀ ਇਸ ਪੱਖੋਂ ਅਛੂਤੀ ਨਹੀਂ। ਖੇਤੀਬਾੜੀ 'ਤੇ ਵੀ ਇਹਦਾ ਬੜਾ ਮਾੜਾ ਪ੍ਰਭਾਵ ਪੈ ਰਿਹਾ ਹੈ। ਪਿਛਲੇ ਵਰੇ ਵੀ ਮਾਰਚ ਅਪ੍ਰੈਲ ਦੇ ਵਿੱਚ ਹੀ ਜਦੋਂ ਸ਼ੁਰੂ ਹੋਇਆ ਸੀ ਕੰਮ ਅਤੇ ਅਜੇ ਤੱਕ ਜਾਰੀ ਹੈ। ਝੋਨੇ ਦੀ ਬਿਜਾਈ ਜਿਹੜੀ ਹੈ ਉਹ ਬਿਲਕੁਲ ਸਮਾਂ ਲਾਗੇ ਆਉਣ ਡਿਆ ਔਰ ਅਸੀਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰ ਰਹੇ ਹਾਂ, ਇੱਕ ਤਾਂ ਸਿਫਾਰਸ਼ਾਂ ਦੇ ਅਨੁਸਾਰ ਆਪਾਂ ਲਵਾਈ ਕਰੀਏ, ਬਿਜਾਈ ਕਰੀਏ ਔਰ ਝੋਨੇ ਦੇ ਵਿੱਚ ਤੇ ਅੱਜ ਤੋਂ ਜੇ ਪਿੱਛੇ ਝਾਤ ਮਾਰੀਏ ਅਤੇ ਸਾਡੀ ਲੇਬਰ ਦੇ ਜ਼ਰੀਏ ਝੋਨੇ ਦੀ ਕਾਸ਼ਤ ਜਿਹੜੀ ਹੈ ਹੁੰਦੀ ਹੈ। ਲੇਬਰ ਪਨੀਰੀ ਨੂੰ ਪੁੱਟ ਕੇ ਖੇਤਾਂ 'ਚ ਲਾਉਂਦੀ ਹੈ, ਪਰ ਹੁਣ ਅਸੀਂ ਕਿਸਾਨਾਂ ਨੂੰ ਕਹਿ ਰਹੇ ਹਾਂ ਕਿ ਲੇਬਰ ਦੀ ਕਮੀ ਹੈ। ਕੋਈ ਕਰੋਨਾ ਵਾਇਰਸ ਕਰਕੇ ਲੇਬਰ ਬਾਹਰੋਂ ਵੀ ਆਉਣੀ ਥੋੜ੍ਹੀ ਜਿਹੀ ਦਿੱਕਤ ਆਉਣ ਡਈ ਹੈ। ਉਹਨਾਂ ਹਾਲਾਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਜਿਹੜੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੈ, ਉਹਨੂੰ ਜੇ ਲਾਗੂ ਕਰੀਏ ਅਤੇ ਨਾਲੇ ਸੋਨਾ ਅਤੇ ਨਾਲੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਨਾਲੇ ਪੁੰਨ ਅਤੇ ਨਾਲੇ ਫਲੀਆਂ, ਨਾਲੇ ਸਾਡਾ ਪਾਣੀ ਬਚੂ, ਨਾਲੇ ਸਾਡਾ ਲੇਬਰ ਬਚੂ ਅਤੇ ਨਾਲੇ ਸਮੇਂ ਸਿਰ ਝੋਨਾ ਲਾਉਣ ਦਾ ਕੰਮ ਨਿਬੜ ਜਾਊ। ਇਸ ਪੱਖੋਂ 1 ਜੂਨ ਤੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਔਰ ਜੇ ਆਪਾਂ ਰਵਾਇਤੀ ਢੰਗ ਦੀ ਗੱਲ ਕਰੀਏ ਉਹ 10 ਜੂਨ ਤੋਂ ਸਬ ਸੋਇਲ ਵਾਟਰ ਪ੍ਰੀਜ਼ਰਵੇਸ਼ਨ ਐਕਟ ਪੰਜਾਬ ਸਰਕਾਰ ਨੇ ਬਣਾਇਆ 2009 'ਚ। ਉਹਦਾ ਮਕਸਦ ਹੈ ਕਿ ਝੋਨੇ ਦੀ ਬਿਜਾਈ ਇੱਕ ਮਿੱਥੀ ਡੇਟ ਤੋਂ ਪਹਿਲਾਂ ਨਾ ਕੀਤੀ ਜਾਵੇ। ਸੋ ਉਸ ਪੱਖੋਂ ਅਸੀਂ ਇਹ ਬੇਨਤੀਆਂ ਕਰ ਰਹੇ ਹਾਂ, 1 ਜੂਨ ਤੋਂ ਸਿੱਧੀ ਬਿਜਾਈ ਕਰੋ ਔਰ ਜੇ ਆਪਾਂ ਸਿੱਧੀ ਬਿਜਾਈ ਨਹੀਂ ਕਰਨੀ, ਨਹੀਂ ਮਨ ਮੰਨਦਾ ਤਾਂ ਫਿਰ 10 ਜੂਨ ਤੋਂ ਪਨੀਰੀ ਨਾਲ ਖੇਤਾਂ 'ਚ ਲਵਾਈ ਕਰਵਾਓ। ਸਿੱਧੀ ਬਿਜਾਈ ਬਾਰੇ ਮੈਂ ਥੋੜ੍ਹੀ ਜਿਹੀ ਬੇਨਤੀ ਤੁਹਾਡੇ ਮਾਧਿਅਮ ਨਾਲ ਜ਼ਰੂਰ ਕਰਨਾ ਚਾਹਾਂਗਾ ਕਿ ਝੋਨੇ ਦੀ ਸਿੱਧੀ ਬਿਜਾਈ ਜਿਹੜੀ ਹੈ ਬੜੀ ਸਿੱਧੀ ਹੀ ਬਿਜਾਈ ਹੈ, ਬੜੀ ਸਿੰਪਲ ਬਿਜਾਈ ਹੈ। ਥੋੜ੍ਹੀ ਜਿਹੀ ਔਖੀ ਜ਼ਰੂਰ ਲੱਗਦੀ ਕਿਉਂਕਿ ਆਪਾਂ ਪਹਿਲਾਂ ਕਦੀ ਕੀਤੀ ਨਹੀਂ। ਸਾਡੇ ਕੋਲ ਸਮੇਂ ਆਪਾਂ ਉਹਨਾਂ ਕਿਸਾਨਾਂ ਨਾਲ ਰਾਬਤਾ ਕੰਮ ਕਰ ਸਕਦੇ ਜਿਨ੍ਹਾਂ ਨੇ ਪਹਿਲਾਂ ਤਜਰਬਾ ਹਾਸਲ ਕੀਤਾ ਹੈ ਔਰ ਇਸ ਬਿਜਾਈ ਦਾ ਫਾਇਦਾ ਇਹ ਹੈ ਕਿ ਇਹਦੇ ਨਾਲ ਸਾਡਾ ਸਿੱਧੀ ਲੇਬਰ 5,500-6,000 ਰੁਪਏ ਲੇਬਰ ਸ਼ੁਰੂਆਤੀ ਦੌਰ 'ਚ ਬਚ ਜਾਂਦੀ ਹੈ। ਕੱਦੂ ਕਰਨ ਦੀ ਲੋੜ ਨਹੀਂ, ਜ਼ਮੀਨਾਂ ਵੀ ਜ਼ਰਖੇਜ਼ ਹੁੰਦੀਆਂ, ਜ਼ਮੀਨਾਂ ਦੇ ਉੱਤੇ ਲੈਂਟਰ ਪਾਉਣ ਦੀ ਲੋੜ ਨਹੀਂ, ਕੱਦੂ ਕਰਕੇ ਲੈਂਟਰ ਹੀ ਪਾਉਂਦੇ ਆਪਾਂ। ਸੋ ਪਾਣੀ ਥੱਲੇ ਲੀਚ ਵੀ ਕਰਦਾ। ਇਸ ਤੋਂ ਬਾਅਦ ਦੇਖੋ ਜਦੋਂ ਸ਼ੁਰੂਆਤ ਵੇਲੇ ਸਾਡਾ ਇੰਨੀ ਬਚਤ ਹੋ ਗਈ ਅਤੇ ਬਾਅਦ ਇਹ ਪਾਣੀ ਜਿਹੜਾ ਕਈ ਤਾਂ ਕਹਿੰਦੇ 20 ਤੋਂ 25% ਪਾਣੀ ਬਚਦਾ ਅਤੇ ਝਾੜ ਜਿਹੜਾ ਕਿਸਾਨ ਦੱਸਦੇ ਨੇ ਕਿ ਝਾੜ ਸਾਡਾ ਬਰਾਬਰ ਹੈ। ਮੈਂ ਤਾਂ ਕਹਿੰਦਾ ਝਾੜ ਕੁਇੰਟਲ 50 ਕਿਲੋ ਘੱਟ ਵੀ ਆ ਜੂ ਜੇਕਰ ਆਉਂਦਾ ਨਹੀਂ ਬਲਕਿ ਅਤੇ ਫਿਰ ਵੀ ਸਾਡੇ ਵਾਸਤੇ ਇਹ ਫਾਇਦੇਮੰਦ ਸੌਦਾ ਹੈ। ਵੈਸੇ ਘੱਟ ਆਉਣਾ ਨਹੀਂ ਚਾਹੀਦਾ, ਮਿਹਨਤ ਆਪਾਂ ਨੂੰ ਕਰਨੀ ਚਾਹੀਦੀ ਪੂਰੀ ਔਰ ਘੱਟ ਆਏਗਾ ਵੀ ਨਹੀਂ। ਸੋ ਗੱਲ ਇਹ ਹੈ ਕਿ ਜਦੋਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਾਂਗੇ ਸਿਫਾਰਿਸ਼ਾਂ ਅਨੁਸਾਰ ਕਰੀਏ। ਕੋਈ ਵੇਲਾ ਸੀ ਸਾਡੇ ਕੋਲ ਕੋਈ ਰਸਾਇਣ ਨਹੀਂ ਸੀਗਾ, ਲੇਕਿਨ ਹੁਣ ਤਾਂ ਯੂਨੀਵਰਸਿਟੀ ਨੇ ਖੁਦ ਸਿਫਾਰਿਸ਼ ਕਰਤੀ ਹੈ ਕਿ ਆਪਾਂ ਜੇ ਤਰ ਖੇਤ ਦੇ ਵਿੱਚ 8 ਕਿਲੋ ਬੀਜ ਨੂੰ ਬੀਜ ਦਈਏ ਔਰ ਬਿਜਾਈ ਕਰ ਦਈਏ ਤਾਂ ਬੱਲੇ ਬੱਲੇ ਹੋ ਸਕਦੀ ਹੈ। ਔਰ ਮੈਂ ਤੁਹਾਨੂੰ ਇੱਥੇ ਪ੍ਰੈਜੈਂਟੇਸ਼ਨ ਵੀ ਦਿਖਾਵਾਂਗਾ ਕੰਪਿਊਟਰ ਦੇ ਉੱਤੇ ਔਰ ਜੇ ਕਿਸਾਨ ਵੀਰ ਧਿਆਨ ਦੇਣ ਤਾਂ ਆਪਾਂ ਥੋੜ੍ਹੀ ਜਿਹੀ ਮਿਹਨਤ ਕਰਕੇ ਸਿੱਧੀ ਬਿਜਾਈ ਵਾਲੇ ਪਾਸੇ ਆਪਾਂ ਚੱਲ ਸਕਦੇ ਹਾਂ। ਦੇਖੋ ਇਹ ਸਿੱਧੀ ਬਿਜਾਈ ਦੇ ਫਾਇਦੇ ਇਸ ਸਲਾਈਡ 'ਚ ਦੱਸੇ ਹੈ। 5,000 ਰੁਪਏ ਪਰ ਏਕੜ ਤੱਕ ਸ਼ੁਰੂਆਤੀ ਬਚਤ ਹੈ। ਬਚਤ ਦੇਖੋ ਜਦੋਂ ਅਸੀਂ ਲੇਬਰ ਨੂੰ 2,500-3,000 ਦੇਣਾ ਪੈਣਾ, ਕਿੰਨਾ ਆਪਾਂ ਤਰੱਦਦ ਕਰਨੇ ਆ ਅਤੇ 20 ਤੋਂ 30% ਪਾਣੀ ਦੀ ਬਚਤ ਹੈ। ਔਰ ਫਸਲ ਕਟਾਈ ਤਜਰਬੇ ਵੀ ਪਿਛਲੇ ਸਾਲ ਕੀਤੇ ਸੀਗੇ, ਅਸੀਂ ਕੀਤੇ ਸੀ, ਚੈੱਕ ਕੀਤਾ ਵੀ ਵਾਕਈ ਝਾੜ ਘਟਦਾ ਤਾਂ ਨਹੀਂ, ਝਾੜ ਬਰਾਬਰ ਆਇਆ। ਸੋ ਝਾੜ ਵੀ ਸਾਡਾ ਬਰਾਬਰ ਆਉਂਦਾ ਹੈ। ਉਹ ਦੇਖੋ ਇਹ ਜਿਹੜੀ ਉੱਤੇ ਫੋਟੋ ਲੱਗੀ ਹੈ ਇਹ ਇੱਕ ਸਿੱਧੀ ਬਿਜਾਈ ਵਾਲਾ ਖੇਤ ਹੈ ਜਿਹਦੇ 'ਚ ਫਾਰਮਰ ਜਿਹੜਾ ਬੜਾ ਖੁਸ਼ ਨਜ਼ਰ ਆਉਣ ਡਿਆ ਔਰ ਇਹ ਫਾਰਮਰ ਕਾਦੀਆਂ ਵਾਲੀ ਪਿੰਡ ਦਾ ਫਾਰਮਰ ਹੈਗਾ। ਹਰਮਿੰਦਰ ਸਿੰਘ ਚਾਵਲਾ ਨਾਂ ਦਾ ਫਾਰਮਰ ਹੈ, ਬੜਾ ਮਸ਼ਹੂਰ ਫਾਰਮਰ ਹੈ। ਇਹਦੇ ਨਾਲ ਵੀ ਤੁਸੀਂ ਤਾਲੁਕਾਤ ਪੈਦਾ ਕਰ ਸਕਦੇ ਹੋ। ਮੇਰੇ ਸਾਡੇ ਜਿਹੜੇ ਦਰਸ਼ਕ ਵੀਰ ਨੇ ਇਹਨਾਂ ਨੂੰ ਮਿਲ ਸਕਦੇ ਨੇ, ਪੁੱਛ ਸਕਦੇ ਨੇ। ਕੋਈ ਕਿਸਾਨ ਦੇ ਤਜਰਬੇ ਆਪਣੇ ਨੇ। ਕਿਸਾਨ ਜਦੋਂ ਆਪ ਕਰਦਾ ਤਾਂ ਉਹ ਬੜੀ ਵਧੀਆ ਢੰਗ ਨਾਲ ਆਪਣੀ ਗੱਲ ਦੱਸ ਸਕਦਾ ਔਰ ਬੜਾ ਸੋਹਣਾ ਖੇਤ ਹੈ।
ਬਿਲਕੁਲ ਇਕਸਾਰ ਖੇਤ ਬੀਜਿਆ ਹੈ ਔਰ ਇਹ ਇਸ ਸਲਾਈਡ ਦਿਖਾਇਆ ਕਿਸਾਨਾਂ ਨੂੰ ਸਮਝਾਉਣ ਵਾਸਤੇ। ਹੁਣ ਸਿੱਧੀ ਬਿਜਾਈ ਦਾ ਸਮਾਂ ਕਿਹੜਾ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਜੂਨ ਦਾ ਪਹਿਲਾ 15ਵਾੜਾ ਹੈ, ਬਾਸਮਤੀ ਬਿਜਾਈ ਕਰਨੀ ਤੇ 15 ਤੋਂ 30 ਜੂਨ 'ਚ ਹੋ ਸਕਦੀ ਹੈ। ਔਰ ਸਿਰਫ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਾਸਤੇ ਮਾਕੂਲ ਨੇ, ਹਲਕੀਆਂ ਜ਼ਮੀਨਾਂ ਵਾਸਤੇ ਨਹੀਂ। ਔਰ ਲੇਜ਼ਰ ਕਰਾਹਾ ਇਹ ਫਾਰਮੂਲਾ ਹੈ, ਇਹ ਬਹੁਤ ਜ਼ਰੂਰੀ ਫਾਰਮੂਲਾ ਹੈ ਕਿ ਲੇਜ਼ਰ ਕਰਾਹੇ ਦੇ ਨਾਲ ਆਪਾਂ ਜੇ ਖੇਤ ਨੂੰ ਪਹਿਲਾਂ ਪੱਧਰਾ ਕਰ ਦਈਏ ਤੇ ਹੋਰ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। 8 ਤੋਂ 10 ਕਿਲੋ ਬੀਜ ਕਿੱਲੇ ਦਾ ਪਾਣਾ ਹੈ ਔਰ ਕੋਸ਼ਿਸ਼ ਕਰੋ ਕਿਸਮਾਂ ਉਹ ਲਵੋ ਜਿਹੜੀਆਂ ਜਲਦੀ ਪੱਕਦੀਆਂ। ਹੁੰਦਾ ਭਲਾ ਕੀ ਹੈ ਕਿ ਜਦੋਂ ਕਿਸਾਨ ਵੀਰ ਬੀਜਦਾ ਕੋਈ ਇਹ ਕਿਸਮ ਜਿਹੜੀ ਘੱਟ ਤੇਜ਼ੀ ਨਾਲ ਵੱਧਦੀ ਹੈ ਤੇ ਜਦੋਂ ਬੀਜ ਦਿੰਦੇ ਤੇ ਲੋਕੀ ਬੜਾ ਦੁਖੀ ਕਰਦੇ, ਲੋਕੀ ਕਹਿੰਦੇ ਲਓ ਜੀ ਤੇਰੇ ਨੂੰ ਤੇ ਫਸ ਗਏ ਯਾਰ, ਤੇਰੀ ਤੇ ਝੋਨਾ ਵਧਣ ਨਹੀਂ ਡਿਆ। ਸਿੱਧੀ ਬਿਜਾਈ ਨਾਲ ਝੋਨਾ ਤੇਜ਼ੀ ਨਾਲ ਵੱਧਦਾ, ਕਿਸਾਨ ਨੂੰ ਮਨ 'ਚ ਵਿਸ਼ਵਾਸ ਪੈਦਾ ਹੁੰਦਾ। ਕੋਈ ਇਹ ਜਿਹੜੀ ਚੀਜ਼ ਹੈ ਵਿਸ਼ਵਾਸ ਵਾਲੀ ਚੀਜ਼ ਹੈ ਔਰ ਜਦੋਂ ਤਕਨੀਕ ਤੇ ਵਿਸ਼ਵਾਸ ਹੋਏਗਾ ਤਾਂ ਫਾਇਦਾ ਦਾ ਹੋ ਸਕਦਾ। ਇਸ ਕਰਕੇ ਇਹ ਕਿਸਮਾਂ ਦੀ ਸਿਫਾਰਿਸ਼ PR 126 ਹੈ ਜਾਂ ਪੂਸਾ ਬਾਸਮਤੀ 1509 ਕਿਸਮ ਦੀ ਆਪਾਂ ਸਿਫਾਰਿਸ਼ ਕਰਨੇ ਆ। ਹੁਣ ਬੀਜ ਦੀ ਸੋਧ ਵੀ ਜੇ ਹੋ ਜਾਏ ਤਾਂ ਸੋਨੇ ਦੇ ਸੁਹਾਗੇ ਲਈ ਗੱਲ ਹੋ ਜਾਂਦੀ ਹੈ। ਬੀਜ ਨੂੰ 8 ਘੰਟੇ ਵਾਸਤੇ ਪਹਿਲਾਂ ਭਿਓ ਲਓ ਔਰ ਭਿਉਂ ਕੇ ਜਦੋਂ ਬੀਜ ਨੂੰ ਆਪਾਂ ਕੱਢਾਂਗੇ ਬਾਹਰ ਤਾਂ ਉਹਦਾ ਪੰਗਾਰਾ ਵੀ ਛੇਤੀ ਹੁੰਦਾ ਹੈ ਅਤੇ ਸੋਧ ਜੇ ਆਪਾਂ ਸੋਧ ਦੀ ਤਾਂ ਉਹਦੇ ਨਾਲ ਬਿਮਾਰੀਆਂ ਵੀ ਜਿਹੜੀ ਹੈ ਘੱਟ ਲੱਗਦੀਆਂ। ਸਪ੍ਰਿੰਟ ਦਵਾਈ ਹੈ 75 ਤਾਕਤ ਦੀ, ਇਹਦੇ ਨਾਲ ਜੇ ਬੀਜ ਨੂੰ ਸੋਧ ਲਈਏ 3 ਗ੍ਰਾਮ 1 ਕਿਲੋ ਦੇ ਹਿਸਾਬ ਨਾਲ ਤਾਂ ਆਪਣਾ ਫਾਇਦਾ ਹੋ ਸਕਦਾ। ਹੁਣ ਇਸ ਸਲਾਈਡ ਵਿੱਚ ਆਪਾਂ ਇਹ ਦਿਖਾਉਣ ਡੇ ਹਾਂ ਕਿ ਸਿੱਧੀ ਬਿਜਾਈ ਕਰਨ ਦਾ ਢੰਗ ਕੀ ਹੈ। ਉਹ ਦੇਖੋ ਕਣਕ ਵੱਢ ਲਈ ਆਪਾਂ ਔਰ ਖੇਤ ਸਾਡੇ ਕੋਲ ਵਿਹਲੇ ਹੋ ਗਏ, ਉੱਥੇ ਆਪਾਂ ਜੇ ਦੋਹਰੀ ਰੋਣੀ ਕਰ ਦਈਏ ਅਤੇ ਤਰ-ਬੱਤਰ ਹਾਲਤ 'ਚ ਜੇ ਖੇਤ ਸਿੱਲਾ ਜਦੋਂ ਹੋਵੇ, ਜਦੋਂ ਕਹਿ ਲਓ ਕਿ ਆਪਾਂ ਟਰੈਕਟਰ ਚਲਾਉਂਦੇ ਹਾਂ ਅਤੇ ਗੁੱਲੀਆਂ 'ਚ ਮਿੱਟੀ ਫਸੇ ਨਾ, ਉਹ ਹਾਲਾਤ ਸਭ ਤੋਂ ਵਧੀਆ ਹੁੰਦੇ ਨੇ। ਉਸ ਹਾਲਾਤਾਂ 'ਚ ਆਪਾਂ ਸਿੱਧੀ ਬਿਜਾਈ ਕਰਨੀ ਹੈ ਔਰ ਹਮੇਸ਼ਾ ਇਹ ਧਿਆਨ 'ਚ ਰੱਖੋ ਵੀ ਸਿੱਧੀ ਬਿਜਾਈ ਅਗਰ ਸ਼ਾਮਾਂ ਨੂੰ ਹੋ ਜਾਵੇ ਤਾਂ ਫਿਰ ਬੱਲੇ ਬੱਲੇ ਹੋ ਸਕਦੀ ਹੈ। ਸਿੱਧੀ ਬਿਜਾਈ ਸ਼ਾਮਾਂ ਨੂੰ ਕਰੋ ਔਰ ਉਸੇ ਵਕਤ ਹੀ ਉਸੇ ਹੀ ਸ਼ਾਮਾਂ ਨੂੰ ਜੇ ਸਪਰੇਅ ਨਾਲ ਹੋ ਜਾਵੇ ਨਦੀਨਨਾਸ਼ਕ ਦਵਾਈ ਦੀ, ਸਟੌਂਪ ਦਵਾਈ ਆਪਾਂ ਨਦੀਨਨਾਸ਼ਕ ਦਵਾਈ ਕਰਨੀ ਸਪਰੇਅ 1 ਲੀਟਰ ਇੱਕ ਖੇਤ ਦੀ ਜੇ ਹੋ ਜਾਏ ਤਾਂ ਫਿਰ ਨਦੀਨ ਵੀ ਕੰਟਰੋਲ ਹੋ ਜਾਂਦੇ ਨੇ। ਸੋ ਇਹ ਸਲਾਈਡਾਂ ਦੇ ਵਿੱਚ ਇਹ ਮਸ਼ੀਨ ਦਿਖਾਏਗੀ ਕਿ DSR ਮਸ਼ੀਨ ਜਿਹੜੀ ਇਹਦੇ ਵਾਸਤੇ ਕਾਰਗਰ ਹੈ, ਜਿਹਨੂੰ ਆਪਾਂ ਡਾਇਰੈਕਟ ਸੀਡਡ ਰਾਈਸ ਕਹਿੰਦੇ ਹਾਂ। ਔਰ ਇਸ ਸਲਾਈਡ ਦੇ ਵਿੱਚ ਤੁਸੀਂ ਦੇਖੋ ਜਦੋਂ ਅਸੀਂ ਇਹ ਸਿਫਾਰਿਸ਼ ਕਰਨੇ ਹਾਂ ਕਿ ਕਿਸਾਨ ਜਿਹੜਾ ਹੈ ਉਹ ਸਿੱਧੀ ਬਿਜਾਈ ਕਰਦੇ ਕਰਦੇ ਨਾਲ ਹੀ ਸਪਰੇਅ ਕਰੀ ਜਾਵੇ, ਨਾਲੋਂ ਨਾਲ ਹੀ ਕੰਮ ਦੋਵੇਂ ਹੋ ਜਾਣ, ਕਿਉਂਕਿ ਗਰਮੀ ਬੜੀ ਹੁੰਦੀ ਹੈ। ਜੇ ਅਸੀਂ ਸਪਰੇਅ ਦੁਪਹਿਰਾਂ ਨੂੰ ਕਰਨੇ ਹਾਂ ਤਾਂ ਉਹ ਦੁਪਹਿਰ ਅਸਰ ਕਰਦਾ ਨਹੀਂ ਪੂਰਾ, ਜੇ ਨਾਲ ਸਪਰੇਅ ਹੋਏਗਾ ਤਾਂ ਉਹਦਾ ਫਾਇਦਾ ਹੋਏਗਾ। ਸੋ ਇਸ ਕਰਕੇ ਇਹ ਜਿਹੜਾ ਇਹ ਸਲਾਈਡ 'ਚ ਦੱਸਿਆ ਗਿਆ ਕਿ ਜਦੋਂ ਅਸੀਂ ਸਿੱਧੀ ਬਿਜਾਈ ਦੀ ਗੱਲ ਕਰਨੇ ਤਾਂ ਨਾਲ ਡਰਮੀ ਵੀ ਲੱਗੀ ਹੈ ਔਰ ਇਹ ਕਿਸਾਨ ਨੇ ਆਪਣਾ ਤਜਰਬਾ ਕੀਤਾ ਹੈ। ਡਰਮ ਦੇ ਨਾਲ ਪਿੱਛੇ ਨੋਜ਼ਲਾਂ ਵਾਲੀ ਰੋਡ ਲੱਗੀ ਹੈ ਔਰ ਨਾਲੋਂ ਨਾਲ ਇਹ DSR ਮਸ਼ੀਨ ਡਾਇਰੈਕਟ ਸੀਡਡ ਰਾਈਸ ਮਸ਼ੀਨ ਸਪਰੇਅ ਵੀ ਕਰ ਰਹੀ ਹੈ ਅਤੇ ਨਾਲ ਦੇ ਨਾਲ ਬਿਜਾਈ ਵੀ ਇਕੱਠੀ ਹੋ ਰਹੀ ਹੈ। ਇਹ ਦੱਸਿਆ ਗਿਆ ਕਿ ਸਿੱਧੀ ਬਿਜਾਈ ਵਾਸਤੇ ਕਿੰਨਾ ਆਪਾਂ ਕਤਾਰਾਂ ਤੋਂ ਕਤਾਰ ਦਾ ਫਾਸਲਾ ਔਰ ਕਿੰਨੀ ਡੂੰਘਾਈ ਜਿਹੜੀ ਹੈ ਬੀਜ ਦੀ ਬਹੁਤੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇੰਚੀ ਸਵਾ ਇੰਚੀ ਡੂੰਘਾਈ 'ਤੇ ਆਪਾਂ ਸਿੱਧੀ ਬਿਜਾਈ ਵਾਲਾ ਬੀਜ ਬੀਜਣਾ, ਇਹਦਾ ਤਦ ਫਾਇਦਾ ਹੋ ਸਕਦਾ ਔਰ ਜਲਦੀ ਬੀਜ ਪੁੰਗਰ ਜਾਂਦਾ। ਫਿਰ ਇਹ ਨਦੀਨ ਨੇ, ਕਿਉਂਕਿ ਆਮ ਤੌਰ 'ਤੇ ਸਾਡਾ ਕਿਸਾਨ ਇਹ ਸੋਚਦਾ ਕਿ ਨਦੀਨ ਜਿਹੜੇ ਨੇ ਸਿੱਧੀ ਬਿਜਾਈ 'ਚ ਬਹੁਤ ਜ਼ਿਆਦਾ ਹੋ ਜਾਂਦੇ ਨੇ, ਲੇਕਿਨ ਇਹ ਨਦੀਨਾਂ ਨੂੰ ਮਾਰਨ ਵਾਸਤੇ ਵੀ ਬੜਾ ਵਧੀਆ ਢੰਗ ਹੈ ਕਿ ਆਪਾਂ ਜੇ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਸਟੌਂਪ ਦਵਾਈ ਅਗਰ ਪਾ ਦਈਏ ਆਪਾਂ ਜਿੱਦਣ ਆਪਾਂ ਬਿਜਾਈ ਕਰਨੀ ਉਦੋਂ ਹੀ ਸਟੌਂਪ ਦਵਾਈ 1 ਲੀਟਰ 1 ਕਿੱਲੇ ਦੇ ਹਿਸਾਬ ਨਾਲ ਸਪਰੇਅ ਕਰ ਦਈਏ ਔਰ ਫਿਰ ਆਪਾਂ ਜੇ ਲੋੜ ਪਵੇ ਜਦੋਂ 15 ਤੋਂ 20 ਦਿਨ ਦੀ ਫਸਲ ਹੋ ਜਾਂਦੀ ਹੈ ਅਤੇ 1 ਤੋਂ 2 ਪੱਤੇ ਨਦੀਨਾਂ ਦੇ ਬਣ ਜਾਣ, ਉਦੋਂ ਅਸੀਂ ਨੋਮਨੀ ਗੋਲਡ ਦਵਾਈ ਦਾ ਜਿਹੜਾ ਸਪਰੇਅ ਕਰ ਸਕਦੇ ਔਰ ਇਹ ਸਾਰੇ ਨਦੀਨ ਨੇ, ਸਵਾਂਕ ਹੈ, ਸਵਾਂਕੀ ਹੈ, ਮੋਥਾ ਹੈ। ਇਹ ਸਲਾਈਡਾਂ 'ਚ ਕਿਸਾਨਾਂ ਨੂੰ ਅਸੀਂ ਦੱਸਣੇ ਆ ਵੀ ਇਹ ਨਦੀਨ ਨੇ ਜਿਨ੍ਹਾਂ ਕਰਕੇ ਆਪਾਂ ਨੂੰ ਘਬਰਾਹਟ ਹੁੰਦੀ ਹੈ, ਲੇਕਿਨ ਇਹਨਾਂ ਨਦੀਨਾਂ ਨੂੰ ਮਾਰਨ ਵਾਸਤੇ ਸਾਡੇ ਕੋਲ ਦਵਾਈਆਂ ਬੜੀਆਂ ਆ ਗਈਆਂ ਔਰ ਇਸ ਕਰਕੇ ਘਬਰਾਉਣ ਦੀ ਜ਼ਰੂਰਤ ਨਹੀਂ। ਨੋਮਨੀ ਗੋਲਡ ਦਵਾਈ 100 ml ਪੈਣੀ ਹੈ। ਜੇ ਨੋਮਨੀ ਗੋਲਡ ਨਹੀਂ ਆਪਾਂ ਨੂੰ ਮਿਲਦੀ, ਜੇ ਆਪਾਂ 15 ਤੋਂ 20 ਦਿਨ ਦੀ ਗੱਲ ਕਰਨੇ ਆ, ਪਹਿਲਾਂ ਤਾਂ ਸ਼ੁਰੂਆਤੀ ਦੌਰ 'ਤੇ ਆਪਾਂ ਸਟੌਂਪ ਪਾਤੀ, ਲੇਕਿਨ 15 ਤੋਂ 20 ਦਿਨ ਬਾਅਦ ਜੇ ਨਦੀਨ ਜ਼ਿਆਦਾ ਤੰਗ ਕਰ ਦਿੰਦੇ ਫਿਰ ਨੋਮਨੀ ਗੋਲਡ ਪਾ ਸਕਦੇ ਹਾਂ। ਵਿਵਾਇਆ ਦਵਾਈ ਵੀ ਆਉਂਦੀ ਹੈ 900 ml 1 ਕਿੱਲੇ ਦੀ, ਉਹ ਵੀ ਦਵਾਈ ਨਾਲ ਪਾਈ ਜਾ ਸਕਦੀ ਹੈ। ਇਹ ਅਲੱਗ-ਅਲੱਗ ਨਦੀਨ ਨੇ, ਚੀਨੀ ਕਾ ਤਕੜੀ ਅਲੱਗ-ਅਲੱਗ ਥਾਵਾਂ 'ਤੇ ਅਲੱਗ-ਅਲੱਗ ਹਾਲਾਤਾਂ 'ਚ ਅਲੱਗ-ਅਲੱਗ ਜਿਹੜੇ ਨੇ ਨਦੀਨ ਜਿਹੜੇ ਨੇ ਸਾਡੇ ਝੋਨੇ ਦੇ ਖੇਤਾਂ 'ਚ ਆਉਂਦੇ ਆ। ਇਹ ਸਾਡੇ ਕੋਲ ਨਦੀਨਾਂ ਦੀ ਗੱਲ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਦਵਾਈਆਂ ਜਿਹੜੀਆਂ ਆਪਾਂ ਕੋਲ ਸਿਫਾਰਿਸ਼ ਕੀਤੀਆਂ ਉਹ ਸਾਰੀਆਂ ਇਹ 'ਚ ਦਰਸਾਈਆਂ ਗਈਆਂ। ਇਹ ਵੀ ਨਦੀਨਾਂ ਦੀ ਗੱਲ ਹੀ ਹੋਣ ਡਈ ਹੈ ਕਿ ਆਪਾਂ 100 ਮਿਲੀਲੀਟਰ ਪਹਿਲਾਂ ਗੱਲ ਕੀਤੀ ਨੋਮਨੀ ਗੋਲਡ ਹੈ ਜਾਂ ਇਹਨਾਂ ਨੂੰ ਆਪਾਂ ਮਾਰਨ ਵਾਸਤੇ 900 ਮਿਲੀਲੀਟਰ ਵਵਾਇਆ ਦਵਾਈ ਵੀ ਜਿਹੜੀ ਹੈ ਇਹਦਾ ਛਿੜਕਾਅ ਵੀ ਕੀਤਾ ਜਾ ਸਕਦਾ। ਜਿਹੜੇ ਅਗਰ ਚੌੜੀ ਪੱਤੀ ਵਾਲੇ ਹੋਣ ਜਾਂ ਝੋਨੇ ਦੇ ਮੋਥੇ ਨਦੀਨ ਹੁਣ ਗੰਢਾਂ ਵਾਲਾ ਮੋਥਾ ਹੋਵੇ ਅਤੇ ਇਹ ਨਦੀਨ ਜਿਹੜੇ ਨੇ ਇਹ ਨਦੀਨਨਾਸ਼ਕ ਦਵਾਈਆਂ ਦਾ ਕੰਮ ਆ ਸਕਦਾ। ਇਸੇ ਤਰ੍ਹਾਂ ਇਹ ਸਾਰਾ ਕੁਛ ਨਦੀਨਾਂ ਬਾਰੇ ਹੀ ਇਹ ਸਲਾਈਡਾਂ 'ਚ ਦੱਸਿਆ ਗਿਆ ਔਰ ਬੜੀ ਮੈਂ ਸਮਝਦਾ ਕਿ ਕਿਸਾਨ ਵੀਰ ਜਦੋਂ ਦੂਜੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਦਾ, ਜਦੋਂ ਖੇਤੀਬਾੜੀ ਮਾਹਿਰ ਨਾਲ ਗੱਲ ਕਰਦਾ ਅਤੇ ਫਿਰ ਹੋਰ ਵਧੀਆ ਢੰਗ ਨਾਲ ਉਹਨੂੰ ਜਾਣਕਾਰੀ ਮਿਲਦੀ ਹੈ ਕਿ ਮੈਂ ਨਦੀਨਾਂ ਦੀ ਰੋਕਥਾਮ ਕਿਵੇਂ ਕਰਨੀ ਹੈ।
ਕਈ ਵਾਰੀ ਆਪਾਂ ਕਿਤਾਬੀ ਗੱਲਾਂ ਕਰਨੇ ਆ, ਲੇਕਿਨ ਜਦੋਂ ਅਸੀਂ ਖੁਦ ਖੇਤਾਂ 'ਚ ਕਿਸਾਨ ਆਪਣੇ ਤਜਰਬੇ ਦੱਸਦਾ ਹੈ, ਔਰ ਦੇਖੋ ਹੁਣ ਸਾਡੇ ਕੋਲ ਸਮਾਂ ਵੀ ਹੈ, ਔਰ ਜੇ ਸਮੇਂ ਦੌਰਾਨ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਮੇਲ ਜੋਲ ਕਰ ਲਈਏ ਜਿਨ੍ਹਾਂ ਨੇ ਪਿਛਲੇ ਬਾਰੇ ਕਾਮਯਾਬੀ ਨਾਲ ਸਿੱਧੀ ਬਿਜਾਈ ਕੀਤੀ ਸੀ, ਤੇ ਬੜੇ ਚੰਗੇ ਨਤੀਜੇ ਜਿਹੜੇ ਨੇ ਕਿਸਾਨ ਨੂੰ ਮਿਲ ਸਕਦੇ ਨੇ। ਔਰ ਜਦੋਂ ਕਿਸਾਨ ਨੂੰ ਦੱਸਦਾ ਹੈ ਤੇ ਉਹਦੇ ਨਾਲ ਵਿਸ਼ਵਾਸ ਤਕਨੀਕ ਪ੍ਰਤੀ ਹੋਰ ਵੱਧਦਾ। ਖਾਦਾਂ ਬਾਰੇ ਬੜੀ ਜ਼ਰੂਰੀ ਗੱਲ ਹੈ ਕਿ ਖਾਦ ਜਿਹੜੀ ਆਮ ਹਾਲਤਾਂ 'ਚ ਖਾਦ ਅਸੀਂ ਘੱਟ ਪਾਉਂਦੇ, ਲੇਕਿਨ ਸਿੱਧੀ ਬਿਜਾਈ ਵਾਸਤੇ ਖਾਦ ਥੋੜ੍ਹੀ ਸਾਨੂੰ ਵੱਧ ਪਾਉਣੀ ਪੈਂਦੀ ਹੈ। 130 ਕਿਲੋ ਯੂਰੀਆ ਔਰ 3 ਹਿੱਸਿਆਂ 'ਚ ਪਾਉਣਾ, 4 ਹਫ਼ਤੇ 6 ਹਫ਼ਤੇ ਤੇ 9 ਹਫ਼ਤੇ ਬਾਅਦ ਛੱਟੇ ਨਾਲ ਅਸੀਂ ਯੂਰੀਆ ਦੀ ਖਾਦ ਪਾ ਸਕਦੇ ਹਾਂ। ਔਰ ਫਾਸਫੋਰਸ ਦੀ ਖਾਦ 'ਤੇ ਅਸੀਂ ਸਿਫਾਰਿਸ਼ ਕਰਨੇ ਹਾਂ ਕਿ ਜੇ ਅਸੀਂ ਕਣਕ ਦੀ ਫਸਲ ਨੂੰ ਪੂਰੀ ਫਾਸਫੋਰਸ ਪਾਈਏ ਤੇ ਸੋਹਣੀ ਰੁੱਤ ਦੇ ਵਿੱਚ ਝੋਨਾ ਜਾਂ ਮੱਕੀ ਦੀ ਫਸਲ ਨੂੰ ਫਾਸਫੋਰਸ ਜਾਂ ਪੋਟਾਸ਼ ਖਾਦ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਬੜੀ ਇੱਕ ਮਹੱਤਵਪੂਰਨ ਸਿਫਾਰਿਸ਼ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕਿ ਜਦੋਂ ਅਸੀਂ ਤਰਵੱਤਰ ਖੇਤ 'ਚ ਸਿੱਧੀ ਬਿਜਾਈ ਕਰਨੀ ਹੈ ਤੇ ਪਹਿਲਾ ਪਾਣੀ ਸੀ 21 ਦਿਨ ਬਾਅਦ ਲਾਣਾ। ਦੇਖੋ ਕਈ ਵਾਰੀ ਕਿਸਾਨ ਘਬਰਾ ਜਾਂਦਾ ਵੀ 21 ਦਿਨ ਬਹੁਤ ਜ਼ਿਆਦਾ ਹੁੰਦੇ ਨੇ, ਗਰਮੀ ਬੜੀ ਹੁੰਦੀ ਹੈ, ਲੇਕਿਨ ਯਕੀਨ ਮੰਨੋ ਜੇ ਤਰਵੱਤਰ ਖੇਤ 'ਚ ਇਹ ਕਰਾਂਗੇ ਤੇ 21ਵੇਂ ਦਿਨ ਪਾਣੀ ਲਾਉਣ ਦਾ ਸਾਨੂੰ ਫਾਇਦਾ ਇਹ ਹੋਏਗਾ ਕਿ ਜੜ੍ਹਾਂ ਮਜ਼ਬੂਤ ਹੋਣਗੀਆਂ ਪੌਦੇ ਦੀਆਂ, ਔਰ ਜਿੰਨੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਉਹਨਾਂ ਬਾਅਦ 'ਚ ਪੌਦਾ ਜਿਹੜਾ ਸਟਰੋਂਗ ਹੋਏਗਾ, ਔਰ ਉਹਨਾਂ ਹੀ ਵਧੀਆ ਦਾਣੇ ਜਿਹੜੇ ਨੇ ਕੁਆਲਿਟੀ ਦੇ ਦਾਣੇ ਸਾਨੂੰ ਮਿਲਣਗੇ। ਸੋ 21 ਦਿਨ ਬਾਅਦ ਪਹਿਲਾਂ ਪਾਣੀ ਲਾਉਣਾ ਤੇ ਬਾਅਦ ਦੇ ਵਿੱਚ ਅਸੀਂ 507 ਦਿਨਾਂ ਦੇ ਵਕਫੇ 'ਤੇ ਪਾਣੀ ਦੇਣਾ। ਉਹਦੇ ਨਾਲ ਕਾਫੀ ਹੱਦ ਤੱਕ ਇਹ ਸਿਫਾਰਸ਼ਾਂ ਜਿਹੜੀਆਂ ਹੋ ਜਾਂਦੀਆਂ। ਔਰ ਸਿੱਧੀ ਬਿਜਾਈ ਦੀ ਕਾਮਯਾਬੀ ਲਈ ਮੈਂ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ, ਇਹ ਕਿਸਾਨਾਂ ਦੇ ਤਜਰਬੇ ਨੇ। ਕਿਸਾਨ ਕਹਿੰਦਾ ਕਿ ਮੈਂ ਬਿਜਾਈ ਕਰਨੀ ਹੈ, ਬਿਜਾਈ ਕੀਤੀ ਹੈ, ਔਰ ਜੇ ਮੈਂ ਤਰਵੱਤਰ 'ਚ ਕਰਨਾ ਮੈਨੂੰ ਜ਼ਿਆਦਾ ਫਾਇਦਾ, ਜੇ ਮੈਂ ਡੂੰਘੀ ਜ਼ਿਆਦਾ ਨਹੀਂ ਕਰਦਾ ਮੈਨੂੰ ਜ਼ਿਆਦਾ ਫਾਇਦਾ, ਜੇ ਮੈਂ ਲੇਜ਼ਰ ਕਰਾਹਾ ਵਰਤਣਾ ਤਾਂ ਬਹੁਤ ਫਾਇਦਾ। ਸੋ ਇਹ ਕਿਸਾਨਾਂ ਦੇ ਤਜਰਬੇ ਵੀ ਇਸ ਸਲਾਈਡ 'ਚ ਦੱਸੇ ਆਪਾਂ, ਤਾਂ ਕਿ ਕਿਸਾਨ ਜੋ ਕਿਸਾਨ ਦੇ ਤਜਰਬੇ ਸਾਨੂੰ ਹਾਸਲ ਹੁੰਦੇ ਨੇ ਉਹ ਦੂਜੇ ਕਿਸਾਨਾਂ ਨੂੰ ਦੱਸੇ ਜਾਣ, ਔਰ ਇਹਦਾ ਫਾਇਦਾ ਕਾਫੀ ਹੋ ਸਕਦਾ। ਸੋ ਮੈਂ ਇਹਨਾਂ ਸਲਾਈਡਾਂ ਦੇ ਰਾਹੀਂ ਇੱਕ ਇਹ ਵੀ ਕੀਤਾ ਕਿ ਸਾਡੇ ਕਾਮਯਾਬ ਕਿਸਾਨ ਕਿਹੜੇ ਹੈ। ਦੇਖੋ ਇਹ ਜਾਣਕਾਰੀ ਅਸੀਂ ਦੂਜੇ ਕਿਸਾਨਾਂ ਨੂੰ ਦਿੰਦੇ ਹਾਂ ਆਪਣੀਆਂ ਕੈਂਪਾਂ ਦੇ ਵਿੱਚ, ਤਾਂ ਕਿ ਕਿਸਾਨ ਇਹ ਨਾ ਕਵੇ ਕਿ ਇਹ ਕਿਤਾਬੀ ਗੱਲਾਂ ਕਰਨ ਡੇ ਆ ਜਾਂ ਇਹ ਬੰਦੇ ਐਵੇਂ ਆਪਣਾ ਦੱਸ ਗਏ ਅਤੇ ਇਹਦੇ ਬਾਰੇ ਕੋਈ ਕਾਮਯਾਬ ਤਾਂ ਹੋਇਆ ਨਹੀਂ। ਇਹਦੇ 'ਚ ਆਪਾਂ ਦੱਸਦੇ ਹਾਂ ਕਿਸਾਨ ਨੂੰ ਵੀ ਆਹ ਦੇਖੋ ਅਵਤਾਰ ਸਿੰਘ ਪਿੰਡ ਚਾਨੀਆ ਪਿੰਡ ਦਾ ਕਿਸਾਨ ਹੈ, ਆਹ ਉਹਦਾ ਮੋਬਾਈਲ ਨੰਬਰ ਹੈ, ਬੇਸ਼ੱਕ ਇਹਨੂੰ ਫੋਨ ਕਰੋ, ਇਹਨੂੰ ਪੁੱਛੋ ਵੀ ਤੂੰ ਸਿੱਧੀ ਬਿਜਾਈ ਕੀਤੀ, ਤੇਰੇ ਕੀ ਤਜਰਬੇ ਨੇ, ਫੋਨ 'ਤੇ ਉਹ ਦੱਸੇਗਾ ਤੁਹਾਨੂੰ, ਤਾਂ ਤੁਹਾਡਾ ਵਿਸ਼ਵਾਸ ਤਕਨੀਕ ਪ੍ਰਤੀ ਪੱਕਾ ਹੋਏਗਾ। ਇਸ ਤਰ੍ਹਾਂ ਹਰਮਿੰਦਰ ਸਿੰਘ ਚਾਵਲਾ, ਤੁਹਾਨੂੰ ਮੈਂ ਪਹਿਲਾਂ ਬੇਨਤੀ ਕੀਤੀ ਹੈ, ਉਹੀ ਫੋਟੋ ਹੈ, ਇਹਦਾ ਆਹ ਨੰਬਰ ਹੈ। ਸੋ ਇਹ ਸਕਰੀਨ 'ਚ ਨੰਬਰ ਵੀ ਆ ਗਿਆ। ਬੇਸ਼ੱਕ ਆਪਾਂ ਇਹਨਾਂ ਨੂੰ ਫੋਨ ਕਰਕੇ ਪੁੱਛੀਏ ਵੀ ਤੇਰੇ ਸੱਜਣਾ ਤੇਰੇ ਕੀ ਤਜਰਬੇ ਨੇ, ਉਹਨਾਂ ਤਜਰਬਿਆਂ ਨੂੰ ਹਾਸਲ ਕਰਕੇ ਅਸੀਂ ਅਗਲੇ ਵਾਰੇ ਆਪਣੀ ਵਿਉਂਤਬੰਦੀ ਬਣਾਈਏ। ਮਨਜਿੰਦਰ ਸਿੰਘ ਪਿੰਡ ਕੰਗਣੀ ਵਾਲ, ਇਹ ਵੀ ਜ਼ਿਲ੍ਹਾ ਜਲੰਧਰ ਦਾ ਕਿਸਾਨ ਹੈ। ਗੁਰਨੇਕ ਸਿੰਘ ਪਿੰਡ ਰਾਏਪੁਰ ਜਲੰਧਰ ਪੂਰਬੀ ਬਲਾਕ ਦਾ ਕਿਸਾਨ ਹੈ, ਇਹਦਾ ਨੰਬਰ ਵੀ ਇੱਥੇ ਦਿੱਤਾ ਹੋਇਆ। ਸੋ ਮੈਂ ਸਮਝਦਾ ਕਿ ਅਜੇ ਕਿਸਾਨਾਂ ਨੂੰ ਮਿਲਣਾ ਸਾਡੇ ਵਾਸਤੇ ਬੜਾ ਇੱਕ ਫਾਇਦੇਮੰਦ ਸੌਦਾ ਹੋ ਸਕਦਾ ਹੈ। ਫੋਨ 'ਤੇ ਮੋਬਾਈਲ 'ਤੇ ਮਿਲੀਏ ਔਰ ਮੋਬਾਈਲ 'ਤੇ ਜਾਣਕਾਰੀ ਲਈਏ। ਬਾਕੀ ਸਾਡੇ ਜਿਹੜੇ ਮੋਬਾਈਲ ਨੇ, ਸਾਡੇ ਜਿਹੜੇ ਨੰਬਰ ਨੇ ਬਤੌਰ ਮਹਿਕਮਾ ਜ਼ਰਾਇਤ ਦੇ ਨੰਬਰ, ਜਿੱਥੇ ਵੀ ਸਾਡੇ ਮਹਿਕਮੇ ਖੇਤੀਬਾੜੀ ਦੇ ਅਧਿਕਾਰੀ ਔਰ ਸਾਇੰਸਦਾਨ ਬੈਠੇ ਨੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਠੇ ਨੇ, ਕਿਸੇ ਵੇਲੇ ਉਹਨਾਂ ਰਾਬਤਾ ਕਾਇਮ ਕਰਕੇ ਆਪਾਂ ਇਸ ਤਕਨੀਕ ਬਾਰੇ ਆਪਣੇ ਵਿਸ਼ਵਾਸ 'ਚ ਬੜੋਤਰੀ ਕਰ ਸਕਦੇ। ਜਿੰਨਾ ਤੇਰਾ ਵਿਸ਼ਵਾਸ ਨਹੀਂ ਬਣੇਗਾ ਉਹਨਾਂ 'ਚ ਤਾਂ ਆਪਾਂ ਐਕਟ ਨਹੀਂ ਕਰ ਪਾਵਾਂਗੇ। ਸੋ ਮੇਰੀ ਬੇਨਤੀ ਤੁਹਾਡੇ ਇਸ ਮਾਧਿਅਮ ਨਾਲ ਇਹ ਹੈ ਕਿ ਆਪਾਂ ਝੋਨੇ ਦੀ ਸਿੱਧੀ ਬਿਜਾਈ ਵੱਲ ਮਨ ਬਣਾਈਏ। ਜੇ ਸਾਡੇ 10 ਖੇਤ ਦੀ ਆਪਾਂ ਖੇਤੀ ਕਰਨੀ ਆ, ਜੇ ਤੁਹਾਡਾ ਪਿਛਲਾ ਤਜਰਬਾ ਨਹੀਂ ਹੈ ਤਾਂ ਕਿੱਲਾ 2 ਕਿੱਲਾ ਅਸੀਂ ਜ਼ਰੂਰ ਦੇਖੀਏ, ਕਿਉਂਕਿ ਪ੍ਰੈਕਟਿਸ ਮੇਕਸ ਦਾ ਮੈਨ ਪਰਫੈਕਟ। ਜੇ ਤੁਹਾਡੀ ਪ੍ਰੈਕਟਿਸ ਹੋ ਜੂ ਤਾਂ ਤੁਸੀਂ ਅਗਲੇ ਵਰੇ ਹੋ, ਕਿਉਂਕਿ ਅਗਲਾ ਜਿਹੜਾ ਸਮਾਂ ਆ ਰਿਹਾ ਉਹਦੇ 'ਚ ਆਪਣਾ ਮੁੱਖ ਮੁੱਦਾ ਪਾਣੀ ਹੈ, ਜ਼ਮੀਨ ਹੇਠਲਾ ਪਾਣੀ ਹੈ। ਅਤੇ ਜਦੋਂ ਪਾਣੀ ਵੀ ਬਚ ਗਿਆ, ਖਰਚਾ ਵੀ ਘੱਟ ਗਿਆ ਅਤੇ ਝਾੜ ਵੀ ਉਹਨਾਂ ਰਹਿ ਗਿਆ, ਤਾਂ ਫਿਰ ਆਪਾਂ ਨੂੰ ਕੀ ਜ਼ਰੂਰਤ ਹੈ ਕੱਦੂ ਕਰਨ ਦੀ, ਕੀ ਜ਼ਰੂਰਤ ਹੈ ਆਪਾਂ ਇੰਨੀ ਮਿਹਨਤ ਕਰਨ ਦੀ ਔਰ ਲੇਬਰ ਨੂੰ ਉਡੀਕਣ ਦੀ। ਆਪਾਂ ਦੇਖੋ ਸਟੇਸ਼ਨਾਂ 'ਤੇ ਜਾ ਕੇ ਲੇਬਰ ਨੂੰ ਉਡੀਕਦੇ ਹੁੰਦੇ ਸੀ, ਯਾਦ ਹੈ ਵੇਲੇ ਉਹ ਵਾਲੇ, ਅਤੇ ਹੁਣ ਤਾਂ ਚਲੋ ਕਰੋਨਾ ਕਰਕੇ ਲੇਬਰ ਘੱਟ ਆਉਣ ਡਈ ਹੈ। ਸੋ ਗੱਲ ਹੈ ਕਿ ਜਦੋਂ ਅਸੀਂ ਸਿੱਧੀ ਬਿਜਾਈ ਕਰਾਂਗੇ ਸਾਨੂੰ ਫਿਰ ਇਹ ਜ਼ਰੂਰਤ ਨਹੀਂ ਹੈਗੀ। ਜਿਹੜੀ ਕੀਟਨਾਸ਼ਕ ਦਵਾਈਆਂ ਦੀ ਦੁਕਾਨਾਂ 'ਤੇ ਜਿਹੜੀ ਹੈ ਕਿ ਕਾਰਵਾਈ ਕੀਤੀ ਗਈ ਹੈ, ਉੱਥੇ ਜਿਹੜਾ ਕਿ ਛਾਪਾਮਾਰੀ ਕੀਤੀ ਗਈ ਹੈ ਔਰ ਲਾਇਸੈਂਸ ਤੱਕ ਰੱਦ ਕੀਤੇ ਗਏ ਨੇ, ਸਰ ਕੀ ਵਜ੍ਹਾ ਸੀਗੀ ਔਰ ਅੱਗੇ ਕਾਰਵਾਈ ਕਿਸ ਤਰ੍ਹਾਂ ਚੱਲੇਗੀ? ਬਿਲਕੁਲ ਜੀ, ਦੇਖੋ ਸਾਡਾ ਜਿਹੜਾ ਮੇਨ ਮਹਿਕਮੇ ਦਾ ਮੁੱਦਾ ਹੈ ਉਹ ਹੈ ਦੇਖੋ ਗਿਆਨ, ਧਿਆਨ ਅਤੇ ਸਮਾਨ। ਗਿਆਨ ਅਸੀਂ ਤੁਹਾਡੇ ਮਾਧਿਅਮ ਰਾਹੀਂ ਔਰ ਕੈਂਪਾਂ ਨੇ ਦਿੰਦੇ ਹਾਂ, ਕਿਸਾਨ ਨੇ ਧਿਆਨ ਦੇਣਾ, ਅਤੇ ਕਿਸਾਨ ਨੂੰ ਜੋ ਸਮਾਨ ਚਾਹੀਦਾ ਹੈ, ਚਾਹੇ ਉਹ ਖਾਦ ਚਾਹੀਦੀ ਹੈ, ਬੀਜ ਚਾਹੀਦੀ ਹੈ, ਦਵਾਈ ਚਾਹੀਦੀ ਹੈ, ਉਹ ਕਿਸਾਨ ਨੂੰ ਮੁਹੱਈਆ ਕਰਾਉਣ ਦਾ ਵੀ ਜਿਹੜਾ ਬੀੜਾ ਹੈ ਉਹ ਮਹਿਕਮੇ ਕੋਲ ਹੈਗਾ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਔਰ ਐਕਟ ਦੇ ਵਿੱਚ ਅਸੀਂ ਬੱਝੇ ਹਾਂ ਕਿ ਕਿਸਾਨ ਨੂੰ ਕੁਆਲਿਟੀ ਦੀ ਚੀਜ਼ਾਂ ਮਿਲਣੀਆਂ ਚਾਹੀਦੀਆਂ। ਉਸ ਪੱਖੋਂ ਜਿੰਨੇ ਵੀ ਡੀਲਰ ਸਾਹਿਬਾਨ ਨੇ ਜਿਹੜੇ ਕਿ ਇਹਨਾਂ ਚੀਜ਼ਾਂ ਦੀ ਵਿਕਰੀ ਕਰਦੇ ਆ, ਖਾਦਾਂ ਦੀ, ਬੀਜਾਂ ਦੀ, ਦਵਾਈਆਂ ਦੀ, ਉਹ ਸਾਡੇ ਲਾਇਸੈਂਸੀ ਨੇ। ਅਸੀਂ ਉਹਨਾਂ ਨੂੰ ਲਾਇਸੈਂਸ ਜਾਰੀ ਕਰਨੇ ਆ ਅਤੇ ਉਹ ਲਾਇਸੈਂਸ ਜਾਰੀ ਕਰਦੇ ਹੋਏ ਅਸੀਂ ਚੈੱਕ ਵੀ ਕਰਨੇ ਆ ਵੀ ਕੰਮ ਸਹੀ ਚੱਲਣ ਡਿਆ, ਕਿਸਾਨ ਨਾਲ ਕੋਈ ਠੱਗੀ ਠੋਰੀ ਤਾਂ ਨਹੀਂ ਹੋ ਰਹੀ, ਕਿਸਾਨ ਦਾ ਕੋਈ ਨੁਕਸਾਨ ਤਾਂ ਨਹੀਂ ਹੋਣ ਡਿਆ। ਸੋ ਉਸ
ਮੌਜੂ ਨੂੰ ਧਿਆਨ 'ਚ ਰੱਖਦੇ ਹੋਏ ਸਾਡੇ ਜ਼ਿਲ੍ਹੇ ਦੇ ਮੁੱਖ ਖੇਤੀ ਅਫਸਰ ਡਾਕਟਰ ਸੁਰਿੰਦਰ ਸਿੰਘ ਹੋਰਾਂ ਨੇ ਚੈਕਿੰਗ ਦਾ ਅਭਿਆਨ ਚਲਾਇਆ ਸੀਗਾ। ਔਰ ਚੈਕਿੰਗ ਦੌਰਾਨ ਤੁਸੀਂ ਜਿਹੜੀ ਗੱਲ ਕੀਤੀ ਹੈ ਨੂਰ ਮਹਿਲ 'ਚ ਇਹ ਵਾਕਿਆ ਹੋਇਆ ਔਰ ਉੱਥੇ ਅਸੀਂ ਇੱਕ ਡੀਲਰ ਨੇ ਕਾਫੀ ਗਲਤੀਆਂ ਉਹਨੇ ਨਜ਼ਰ ਆਈਆਂ ਔਰ ਲੱਗਿਆ ਕਿ ਇਹਨੇ ਜੋ ਲਾਇਸੈਂਸ ਦੇ ਵਿੱਚ ਜੋ ਪ੍ਰੋਵੀਜ਼ਨ ਨੇ ਜੋ ਐਕਟ ਕਹਿੰਦਾ ਕਾਨੂੰਨ ਕਹਿੰਦਾ ਕਿ ਆਪਾਂ ਜਿਹੜੀ ਚੀਜ਼ ਵੇਚਣੀ ਹੈ ਉਹਦਾ ਰਿਕਾਰਡ ਪੂਰਾ ਸਾਡੇ ਕੋਲ ਹੋਣਾ ਚਾਹੀਦਾ, ਰਜਿਸਟਰ 'ਚ ਦਰਜ ਹੋਣਾ ਚਾਹੀਦਾ ਹੈ, ਤੁਹਾਡਾ ਲਾਇਸੈਂਸ ਡਿਸਪਲੇ ਹੋਣਾ ਚਾਹੀਦਾ ਹੈ, ਬਾਹਰ ਨੋਟਿਸ ਬੋਰਡ ਲੱਗਾ ਹੋਣਾ ਚਾਹੀਦਾ ਹੈ। ਉੱਥੇ ਕਈ ਖਿਲਾਫ ਵਰਜ਼ੀਆਂ ਨਜ਼ਰ ਆਈਆਂ। ਉਹਨਾਂ ਹਾਲਾਤਾਂ 'ਚ ਇਹ ਜਿਹੜਾ ਕਾਨੂੰਨ ਦੇ ਅਨੁਸਾਰ ਕਾਰਵਾਈ ਹੋਈ। ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਇਹ ਹੈ ਕਿ ਜਿੰਨੇ ਵੀ ਕਿਸਾਨ ਵੀਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਜਿੱਥੋਂ ਵੀ ਆਪਾਂ ਖਾਦ ਦਵਾਈ ਬੀਜ ਲੈਣਾ ਹੈ ਭਰੋਸੇਯੋਗ ਥਾਂ 'ਤੇ ਲਵੋ, ਜਿਹੜੇ ਲਾਇਸੈਂਸੀ ਨੇ, ਜਿਹਨਾਂ ਨੇ ਲਾਇਸੈਂਸ ਲਾਇਆ ਹੈ, ਔਰ ਨਾਲ ਦੇ ਨਾਲ ਬਿੱਲ ਲਵੋ। ਜਦੋਂ ਅਸੀਂ ਬਿੱਲ ਲਵਾਂਗੇ ਨਾ, ਜੋ ਕਹਾਂਗੇ ਲਿਆ ਵੀ ਬਿੱਲ ਦੇ, ਅਤੇ ਉੱਥੇ ਹੀ ਥਿਰਕ ਜਾਂਦਾ ਤੁਹਾਡਾ ਡੀਲਰ, ਉਹਨੂੰ ਪਤਾ ਵੀ ਬਿੱਲ ਮੰਗਣ ਡਿਆ। ਸੋ ਮੇਰੀ ਬੇਨਤੀ ਹੈ ਕਿ ਬਿੱਲ ਨਾਲ ਚੀਜ਼ ਲਵੋ, ਸਹੀ ਚੀਜ਼ ਲਵੋ। ਐਵੇਂ ਤੁਰਦੇ ਫਿਰਦੇ ਬੰਦੇ ਕਈ ਪਿੰਡਾਂ 'ਚ ਆ ਜਾਂਦੇ ਨੇ, ਉਹਨਾਂ ਕੋਲ ਸਮਾਨ ਨਾ ਲਈਏ। ਇਹ ਚੀਜ਼ਾਂ ਜਿਹੜੀਆਂ ਜਦੋਂ ਅਸੀਂ ਦੇਖੋ ਖਰਚਾ ਵੀ ਕਰਨਾ, ਸਪਰੇਅ ਵੀ ਕਰਨੀ, ਮਿਹਨਤ ਵੀ ਕਰਨੀ, ਅਤੇ ਫਿਰ ਚੀਜ਼ ਜੇ ਮਾੜੀ ਪੈ ਜੂ ਅਤੇ ਸਾਰੀ ਕੀਤੀ ਕਰਾਈ ਖੂਹ 'ਚ ਪੈ ਜਾਂਦੀ ਹੈ। ਸੋ ਸਾਨੂੰ ਚਾਹੀਦਾ ਕਿ ਆਪਾਂ ਸਹੀ ਚੀਜ਼ ਸਹੀ ਥਾਂ ਤੋਂ ਲਈਏ। ਔਰ ਇੱਕ ਕਾਨੂੰਨ ਬਣਿਆ, ਇਹਨੂੰ ਕਹਿੰਦੇ ਕੁਆਲਿਟੀ ਕੰਟਰੋਲ ਐਕਟ, ਪਾਰਲੀਮੈਂਟ ਆਫ ਇੰਡੀਆ ਦੇ ਦੇਖੋ ਇਹ ਕਾਨੂੰਨ ਬਣਾਏ ਨੇ। ਔਰ ਕਾਨੂੰਨ ਬਣਿਆ ਹੁੰਦਾ ਸਾਰਿਆਂ ਵਾਸਤੇ ਫਾਇਦੇਮੰਦ, ਚਾਹੇ ਉਹ ਡੀਲਰ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਮਹਿਕਮਾ ਹੈ, ਸਾਰਿਆਂ ਦੀ ਬਿਹਤਰੀ ਵਾਸਤੇ ਕਾਨੂੰਨ ਹੈ। ਜੇ ਕਾਨੂੰਨ ਦੇ ਅਨੁਸਾਰ ਸਾਰੇ ਚੱਲਾਂਗੇ ਤਾਂ ਸਾਰਿਆਂ ਦੀ ਬਿਹਤਰੀ ਹੋਊ। ਕਿਸਾਨ ਖੁਸ਼ਹਾਲ ਹੋਊ, ਕਿਸਾਨ ਖੁਸ਼ਹਾਲ ਹੋਵੇਗਾ, ਸਾਡੇ ਡੀਲਰ ਸਾਹਿਬਾਨ ਵੀ ਖੁਸ਼ ਹੋਣਗੇ, ਅਤੇ ਜੋ ਡੀਲਰ ਸਾਹਿਬਾਨ ਔਰ ਕਿਸਾਨ ਖੁਸ਼ ਹੈ ਅਤੇ ਸੂਬਾ ਔਰ ਦੇਸ਼ ਖੁਸ਼ ਹੋਏਗਾ। ਸੋ ਇਸ ਕਰਕੇ ਕਿਸਾਨ ਦੀ ਖੁਸ਼ਹਾਲੀ ਵਾਸਤੇ ਸਾਡੇ ਡੀਲਰ ਸਾਹਿਬਾਨਾਂ ਨੂੰ ਵੀ ਚਾਹੀਦਾ ਕਿ ਸਹੀ ਢੰਗ ਦੇ ਨਾਲ ਆਪਣਾ ਕੰਮ ਕਰੀਏ ਔਰ ਸਹੀ ਢੰਗ ਦੇ ਨਾਲ ਆਪਣੀ ਕਾਰਵਾਈ ਕਰੀਏ। ਔਰ ਜਿਹੜੇ ਮਾੜੇ ਅਨਸਰ ਨੇ, ਜਿਹੜੇ ਜ਼ਾਤੀ ਆਪਣੇ ਫਾਇਦੇ ਵਾਸਤੇ, ਸੌੜੇ ਹਿੱਤਾਂ ਵਾਸਤੇ ਗਲਤ ਕੰਮ ਕਰਦੇ ਨੇ, ਉਹ ਕਿਤੇ ਨਾ ਕਿਤੇ ਫੜੇ ਜਾਂਦੇ ਨੇ। ਜੋ ਫੜੇ ਜਾਂਦੇ ਨੇ ਤਾਂ ਫਿਰ ਅਜਿਹੀਆਂ ਕਾਰਵਾਈਆਂ ਹੋਣੀਆਂ ਲਾਜ਼ਮੀ ਨੇ। ਇਹ ਸਨ ਸਾਡੇ ਨਾਲ ਖੇਤੀਬਾੜੀ ਅਫਸਰ ਬੀਜ ਡਾਕਟਰ ਨਰੇਸ਼ ਗੁਲਾਟੀ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਜਾਗਰੂਕ ਕਰਵਾਇਆ ਕਿ ਜਿਹੜੀ ਸਿੱਧੀ ਬਿਜਾਈ ਹੈ ਝੋਨੇ ਦੀ ਉਹ ਕਿਸ ਤਰ੍ਹਾਂ ਹੋਣੀ ਹੈ, ਉਸ ਦੀ ਜਿਹੜੀ ਹੈ ਕਿ ਮੁਕੰਮਲ ਤੌਰ 'ਤੇ ਜਿਹੜੀ ਹੈ ਕਿ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਇਹਨਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ 1 ਜੂਨ ਤੋਂ ਸਿੱਧੀ ਬਿਜਾਈ ਦੀ ਤਾਰੀਖ ਮਿੱਥੀ ਗਈ ਹੈ, ਅਤੇ ਉਸ ਦੇ ਨਾਲ ਹੀ ਜਿਹੜਾ ਹੈ ਕਿ 10 ਜੂਨ ਤੋਂ ਜਿਹੜਾ ਹੈ ਕਿ ਰਵਾਇਤੀ ਢੰਗ ਦੇ ਨਾਲ ਜਿਹੜੀ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਹੋਵੇਗੀ। ਚਿਰਾਗ ਸ਼ਰਮਾ, ਅਜੀਤ ਵੈਬ ਟੀਵੀ, ਜਲੰਧਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।